ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਮੈਂ ਆਪ ਜੀ ਨਾਲ ਲਿਖਤ ਸਾਂਝੀ ਕਰ ਰਿਹਾ ਹਾਂ, ਇਹ ਸਿਆਤੋ ਬਾਬਾ ਨਾਨਕ, ਇਸ ਦੇ ਲੇਖਕ ਪ੍ਰੋਫੈਸਰ ਹਿੰਮਤ ਸਿੰਘ ਪਟਿਆਲਾ ਨੇ ਅਤੇ ਗ੍ਰੇਸੀਅਸ ਪਬਲੀਕੇਸ਼ਨ ਪਟਿਆਲਾ ਨੇ ਇਸ ਨੂੰ ਛਾਪਿਆ ਹੈ। ਇਸ ਕਿਤਾਬ ਸਿਆਤੋ ਬਾਬਾ ਨਾਨਕ ਦੀ ਬੈਕ ਟਾਈਟਲ ਦੇ ਉੱਤੇ ਜਿਹੜਾ ਬੈਕ ਟਾਈਟਲ ਹੈ, ਉਸ ਉੱਪਰ ਪ੍ਰੋਫੈਸਰ ਜਗਦੀਸ਼ ਸਿੰਘ ਜੀ ਦੇ ਵਿਚਾਰ ਹਨ, ਜੋ ਮੈਂ ਇਨ ਬਿਨ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਅਰਬਦ ਨਰਬਦ ਧੁੰਦੂਕਾਰ ਵਿਚਲੀ ਸੁਨ ਸਮਾਧ ਵਿੱਚ ਨਾਨਕ ਜੋਤ ਸਥਿਤ ਸੀ। ਅਰਬਦ ਨਰਬਦ ਧੁੰਦੂਕਾਰ ਵਿਚਲੀ ਸੁਨ ਸਮਾਧ ਵਿੱਚ ਨਾਨਕ ਜੋਤ ਸਥਿਤ ਸੀ। ਸੁਨ ਸਮਾਧ ਵਿੱਚੋਂ ਅਕਾਲ ਪੁਰਖ ਦੇ ਜਾਗਣ 'ਚੋਂ ਨਿਰੰਕਾਰੀ ਜੋਤ ਨਾਨਕ ਪ੍ਰਗਟ ਹੋਈ। ਸੁਨ ਸਮਾਧ ਵਿੱਚੋਂ ਅਕਾਲ ਪੁਰਖ ਦੇ ਜਾਗਣ 'ਚੋਂ ਨਿਰੰਕਾਰੀ ਜੋਤ ਨਾਨਕ ਪ੍ਰਗਟ ਹੋਈ। ਭਾਵ ਸੁਨ ਸਮਾਧ 'ਚੋਂ ਅਕਾਲ ਪੁਰਖ ਨਿਰੰਕਾਰੀ ਜੋਤ ਨਾਨਕ 'ਚ ਜਾਗਿਆ, ਅਰਥਾਤ ਉਹ ਜਾਗ ਹੀ ਨਿਰੰਕਾਰੀ ਜੋਤ ਨਾਨਕ ਹੈ ਅਤੇ ਉਸ ਜੋਤ 'ਚ ਜਾਗ ਕੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੋਇਆ। ਅਰਥਾਤ ਉਹ ਜਾਗ ਹੀ ਨਿਰੰਕਾਰੀ ਜੋਤ ਨਾਨਕ ਹੈ ਅਤੇ ਉਸ ਜੋਤ 'ਚ ਜਾਗ ਕੇ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੋਇਆ। ਭਾਵ ਨਾਨਕ ਨਿਰੰਕਾਰੀ ਜੋਤ ਰਾਹੀਂ ਸੁਨ ਸਮਾਧ 'ਚੋਂ ਪਾਰ ਬ੍ਰਹਮ ਪਰਮੇਸ਼ਰ ਰੂਪ ਪ੍ਰਗਟ ਹੋਇਆ। ਭਾਵ ਨਾਨਕ ਨਿਰੰਕਾਰੀ ਜੋਤ ਰਾਹੀਂ ਸੁਨ ਸਮਾਧ 'ਚੋਂ ਪਾਰ ਬ੍ਰਹਮ ਪਰਮੇਸ਼ਰ ਰੂਪ ਪ੍ਰਗਟ ਹੋਇਆ। ਨਾਨਕ ਸਾਹਿਬ ਨੂੰ ਪਰਮੇਸ਼ਰ ਪਾਰ ਬ੍ਰਹਮ ਅਤੇ ਆਦਿ ਦੋਵੇਂ ਪਰਮਾਤਮਾ, ਨਾਨਕ ਸਾਹਿਬ ਨੂੰ ਪਰਮੇਸ਼ਰ ਪਾਰ ਬ੍ਰਹਮ ਅਤੇ ਆਦਿ ਦੋਵੇਂ ਪਰਮਾਤਮਾ, ਅਕਾਲ ਰੂਪ ਅਤੇ ਪਾਰ ਬ੍ਰਹਮ ਪੂਰਨ ਬ੍ਰਹਮ, ਅਕਾਲ ਰੂਪ ਅਤੇ ਪਾਰ ਬ੍ਰਹਮ ਪੂਰਨ ਬ੍ਰਹਮ, ਨਾਰਾਇਣ ਸਰੂਪ ਅਤੇ ਹਮਾਨਾ ਨਿਰੰਜਨ ਨਿਰੰਕਾਰ ਰੂਪ ਦੇ ਤੌਰ 'ਤੇ ਪਹਿਚਾਣਿਆ ਗਿਆ। ਨਾਨਕ ਸਾਹਿਬ ਨੂੰ ਪਰਮੇਸ਼ਰ ਪਾਰ ਬ੍ਰਹਮ, ਪਰਮੇਸ਼ਰ ਪਾਰ ਬ੍ਰਹਮ ਅਤੇ ਆਦਿ ਦੋਵੇਂ ਪਰਮਾਤਮਾ, ਅਕਾਲ ਰੂਪ ਅਤੇ ਪਾਰ ਬ੍ਰਹਮ ਪੂਰਨ ਬ੍ਰਹਮ, ਨਾਰਾਇਣ ਸਰੂਪ ਅਤੇ ਹਮਾਨਾ ਨਿਰੰਜਨ ਨਿਰੰਕਾਰ ਰੂਪ ਦੇ ਤੌਰ 'ਤੇ ਪਹਿਚਾਣਿਆ ਗਿਆ। ਸੋ ਨਾਨਕ ਨਿਰੰਕਾਰੀ ਜੋਤ ਸ੍ਰਿਸ਼ਟੀ ਰਚਨਾ ਦੇ ਖਿਆਲ ਅਤੇ ਸੁਨ ਸਮਾਧ ਦੇ ਵਿਚਕਾਰ ਪ੍ਰਗਟ ਹੋਈ ਹੈ। ਸੋ ਨਾਨਕ ਨਿਰੰਕਾਰੀ ਜੋਤ ਸ੍ਰਿਸ਼ਟੀ ਰਚਨਾ ਦੇ ਖਿਆਲ ਅਤੇ ਸੁਨ ਸਮਾਧ ਦੇ ਵਿਚਕਾਰ ਪ੍ਰਗਟ ਹੋਈ ਹੈ, ਭਾਵੇਂ ਕਿ ਉਹ ਸੁਨ ਸਮਾਧ 'ਚ ਮੌਜੂਦ ਸੀ, ਭਾਵੇਂ ਕਿ ਉਹ ਸੁਨ ਸਮਾਧ ਵਿੱਚ ਮੌਜੂਦ ਸੀ। ਇਸ ਪ੍ਰਕਾਰ ਨਿਰੰਕਾਰੀ ਜੋਤ ਨਾਨਕ ਹੀ ਆਦਿ ਆਕਾਰ ਹਨ। ਇਸ ਪ੍ਰਕਾਰ ਨਿਰੰਕਾਰੀ ਜੋਤ ਨਾਨਕ ਹੀ ਆਦਿ ਆਕਾਰ ਹਨ, ਜਿਸ ਕਾਰਨ ਦਿਸ਼ਾਵਾਂ, ਆਕਾਸ਼ ਪਾਤਾਲ, ਸਿਤਾਰੇ ਚੰਨ, ਸੂਰਜ, ਸਗਲ ਪਸਾਰਾ, ਲਾਹੂਤ ਤੋਂ ਆਦਮ ਤੱਕ ਬ੍ਰਹਿਮੰਡ ਪਸਾਰ, ਦੇਵਤੇ, ਯੋਧੇ, ਸਗਲ ਆਕਾਰ, ਸਗਲ ਪਦਾਰਥ, ਰਾਜਨੀਤਿਕ ਬਲ ਨਿਯਮ ਆਦਿ ਪੈਦਾ ਹੋਏ। ਸੋ ਨਾਨਕ ਨਿਰੰਕਾਰੀ ਜੋਤ ਸ੍ਰਿਸ਼ਟੀ ਰਚਨਾ ਦੇ ਖਿਆਲ ਅਤੇ ਸੁਨ ਸਮਾਧ ਦੇ ਵਿਚਕਾਰ ਪ੍ਰਗਟ ਹੋਈ ਹੈ, ਭਾਵੇਂ ਕਿ ਉਹ ਸੁਨ ਸਮਾਧ 'ਚ ਮੌਜੂਦ ਸੀ। ਇਸ ਪ੍ਰਕਾਰ ਨਿਰੰਕਾਰੀ ਜੋਤ ਨਾਨਕ ਹੀ ਆਦਿ ਆਕਾਰ ਹਨ, ਜਿਸ ਕਾਰਨ ਦਿਸ਼ਾਵਾਂ, ਆਕਾਸ਼ ਪਾਤਾਲ, ਸਿਤਾਰੇ, ਚੰਨ, ਸੂਰਜ, ਸਗਲ ਪਸਾਰਾ, ਲਾਹੂਤ ਤੋਂ ਆਦਮ ਤੱਕ ਬ੍ਰਹਿਮੰਡ ਪਸਾਰ, ਦੇਵਤੇ, ਯੋਧੇ, ਸਗਲ ਆਕਾਰ, ਸਗਲ ਪਦਾਰਥ, ਰਾਜਨੀਤਿਕ ਬਲ ਨਿਯਮ ਆਦਿ ਪੈਦਾ ਹੋਏ। ਗੁਰੂ ਨਾਨਕ ਪੁਰਖ ਪੌਰਾਤਨ
ਗੁਰੂ ਨਾਨਕ ਪੁਰਖ ਪੌਰਾਤਨ ਬਿਰਧ ਰੂਪਾ, ਪੇਸ਼ੀਨੀਆਂ ਅਜ ਪੇਸ਼ਤਰ ਆਮਦਾ, ਆਪਣੇ ਤੋਂ ਪਹਿਲਾਂ ਆਇਆਂ ਤੋਂ ਪਹਿਲਾਂ ਆਏ ਹੋਏ, ਆਪਣੇ ਤੋਂ ਪਹਿਲਾਂ ਆਇਆਂ ਤੋਂ ਪਹਿਲੇ ਆਏ ਹੋਏ, ਅਤੇ ਪੁਰਸ਼ੋਤਮ ਪਰਮ ਉੱਚੇ ਦੇਵੀ ਪੁਰਸ਼ਾਂ ਤੋਂ ਪਹਿਲਾਂ ਆਦਿ ਸਨਾਤਨ ਹਨ। ਗੁਰੂ ਨਾਨਕ ਪੁਰਖ ਪੌਰਾਤਨ ਬਿਰਧ ਰੂਪਾ, ਪੇਸ਼ੀਨੀਆਂ ਅਜ ਪੇਸ਼ਤਰ ਆਮਦਾ, ਆਪਣੇ ਤੋਂ ਪਹਿਲਾਂ ਆਇਆਂ ਤੋਂ ਪਹਿਲੇ ਆਏ ਹੋਏ, ਅਤੇ ਪੁਰਸ਼ੋਤਮ ਪਰਮ ਉੱਚੇ ਦੇਵੀ ਪੁਰਸ਼ਾਂ ਤੋਂ ਪਹਿਲਾਂ ਆਦਿ ਸਨਾਤਨ ਹਨ। ਨਿਰੰਕਾਰੀ ਜੋਤ ਨਾਨਕ ਪ੍ਰਗਟ ਹੋ ਪਾਰਬ੍ਰਹਮ ਪਰਮੇਸ਼ਰ ਸਰੂਪ ਬਣਿਆ। ਨਿਰੰਕਾਰੀ ਜੋਤ ਨਾਨਕ ਪ੍ਰਗਟ ਹੋ ਪਾਰਬ੍ਰਹਮ ਪਰਮੇਸ਼ਰ ਸਰੂਪ ਬਣਿਆ। ਇਹੋ ਇੱਕ ਓਂਕਾਰ ਦੀ ਮੌਲ ਦੀ ਨਿਸ਼ਚਿਤਤਾ ਹੈ। ਇਹੋ ਇੱਕ ਓਂਕਾਰ ਦੀ ਮੌਲ ਦੀ ਨਿਸ਼ਚਿਤਤਾ ਹੈ ਅਤੇ ਇੱਕ ਓਂਕਾਰ ਓਂਕਾਰ ਹੈ ਅਤੇ ਇੱਕ ਓਂਕਾਰ ਓਂਕਾਰ ਹੈ। ਪਾਰਬ੍ਰਹਮ ਪਰਮੇਸ਼ਰ ਨਿਰੰਕਾਰੀ ਜੋਤ ਦਾ ਗੁਣ ਗਾਇਨ ਕਰਨ ਵਾਲਾ, ਪਾਰਬ੍ਰਹਮ ਪਰਮੇਸ਼ਰ ਨਿਰੰਕਾਰੀ ਜੋਤ ਦਾ ਗੁਣ ਗਾਇਨ ਕਰਨ ਵਾਲਾ ਹੈ। ਨਿਰੰਕਾਰੀ ਜੋਤ ਦੇ ਗੁਣ ਗਾਇਨ ਦੀ ਨਿਰੰਤਰਤਾ ਹੀ ਪਾਰਬ੍ਰਹਮ ਪਰਮੇਸ਼ਰ ਨੂੰ ਸਿਰਜਣਹਾਰ ਬਣਾਉਂਦੀ ਹੈ। ਨਿਰੰਕਾਰੀ ਜੋਤ ਦੇ ਗੁਣ ਗਾਇਨ ਦੀ ਨਿਰੰਤਰਤਾ ਹੀ ਪਾਰਬ੍ਰਹਮ ਪਰਮੇਸ਼ਰ ਨੂੰ ਸਿਰਜਣਹਾਰ ਬਣਾਉਂਦੀ ਹੈ। ਵਸਫ ਹੀ ਸਿਰਜਣਾ ਦਾ ਮੂਲ ਹੈ। ਵਸਫ ਸਿਫਤ ਹੀ ਸਿਰਜਣਾ ਦਾ ਮੂਲ ਹੈ। ਨਾਨਕ ਉਸਤਤ ਹੇਤ ਹੀ ਜਗਤ ਪ੍ਰਗਾਸਿਆ ਹੈ। ਨਾਨਕ ਉਸਤਤ ਹੇਤ ਹੀ ਜਗਤ ਪ੍ਰਗਾਸਿਆ ਹੈ। ਵਸਫ ਨਾਲ ਸੁਨ ਸਮਾਧ ਚੋਂ ਨਾਨਕ ਨਿਰੰਕਾਰੀ ਜੋਤ ਪ੍ਰਗਟਦੀ ਹੈ। ਵਸਫ ਨਾਲ ਸੁਨ ਸਮਾਧ ਚੋਂ ਨਾਨਕ ਨਿਰੰਕਾਰੀ ਜੋਤ ਪ੍ਰਗਟਦੀ ਹੈ ਅਤੇ ਉਸ ਨਾਲ ਸੁਨ ਸਮਾਧ ਪਾਰਬ੍ਰਹਮ ਪਰਮੇਸ਼ਰ ਵਿੱਚ ਪਲਟ ਜਾਂਦੀ ਹੈ ਅਤੇ ਉਸ ਨਾਲ ਸੁਨ ਸਮਾਧ ਪਾਰਬ੍ਰਹਮ ਪਰਮੇਸ਼ਰ ਵਿੱਚ ਪਲਟ ਜਾਂਦੀ ਹੈ। ਆਦਿ ਆਕਾਰ ਹੋਣ ਕਾਰਨ ਸਗਲ ਪਦਾਰਥ ਵੀ ਨਾਨਕ ਹਨ ਅਤੇ ਇਸੇ ਕਾਰਨ ਰਾਮ ਰੂਪ ਹਨ। ਆਦਿ ਆਕਾਰ ਹੋਣ ਕਾਰਨ ਸਗਲ ਪਦਾਰਥ ਵੀ ਨਾਨਕ ਹਨ ਅਤੇ ਇਸੇ ਕਾਰਨ ਨਾਮ ਰੂਪ ਹਨ। ਪਰ ਪਾਰਬ੍ਰਹਮ ਪਰਮੇਸ਼ਰ ਵੀ ਨਿਰੰਕਾਰੀ ਜੋਤ ਕਾਰਨ ਪ੍ਰਕਾਸ਼ ਹੋਏ ਤੇ ਉਹ ਵੀ ਨਾਨਕ ਤੋਂ ਵੱਖ ਨਹੀਂ, ਇਸ ਲਈ ਨਾਨਕ ਸ਼ਬਦ ਸਰੂਪ ਵੀ ਹਨ। ਆਦਿ ਆਕਾਰ ਹੋਣ ਕਾਰਨ ਸਗਲ ਪਦਾਰਥ ਵੀ ਨਾਨਕ ਹਨ ਅਤੇ ਇਸੇ ਕਾਰਨ ਨਾਮ ਰੂਪ ਹਨ। ਪਰ ਪਾਰਬ੍ਰਹਮ ਪਰਮੇਸ਼ਰ ਵੀ ਨਿਰੰਕਾਰੀ ਜੋਤ ਕਾਰਨ ਪ੍ਰਕਾਸ਼ ਹੋਏ ਤੇ ਉਹ ਵੀ ਨਾਨਕ ਤੋਂ ਵੱਖ ਨਹੀਂ, ਇਸ ਲਈ ਨਾਨਕ ਸ਼ਬਦ ਸਰੂਪ ਵੀ ਹਨ। ਸੋ ਨਾਨਕ ਨਾਮ ਪ੍ਰਮੁਖਤਾ ਵਿੱਚ ਸ਼ਬਦ ਹਨ। ਕਲਯੁਗ ਵਿੱਚ ਨਾਮ ਪ੍ਰਮੁਖਤਾ ਹੋਣਾ ਤੇ ਨਾਨਕ ਜੀ ਦਾ ਇਸੇ ਯੁੱਗ 'ਚ ਆਉਣਾ ਵੀ ਇਸ ਸਰੂਪ ਕਾਰਨ ਹੀ ਹੈ। ਕਲਯੁਗ ਵਿੱਚ ਨਾਮ ਪ੍ਰਮੁਖਤਾ ਹੋਣਾ ਤੇ ਨਾਨਕ ਜੀ ਦਾ ਇਸੇ ਯੁੱਗ 'ਚ ਆਉਣਾ ਵੀ ਇਸ ਸਰੂਪ ਕਾਰਨ ਹੀ ਹੈ। ਸੁਨ ਸਮਾਧ ਨੂੰ ਪਾਰਬ੍ਰਹਮ ਪਰਮੇਸ਼ਰ ਕਰ ਨਿਰੰਕਾਰੀ ਜੋਤ ਮਾਤਰੀ ਨੇਮ ਦੇ ਕੁਆਰੇ ਰੂਪ ਕਾਲ ਪੁਰਖ ਦੀ ਸੰਪੂਰਨਤਾ ਦੀ ਪ੍ਰਮਾਣਕ ਦਵੰਦਤਾ ਸਾਜਣ ਲਈ ਸਿਆਹ ਵਿਰਾਟਤਾ ਦੇ ਮਾਤਰੀ ਨੇਮ ਅਤੇ ਇਸ ਵਿੱਚ ਹੀ ਭਗਤੀ ਰਸ ਨੂੰ ਝੁਕੇ ਬਲ ਦੇ ਵਿਰਾਟ ਕਾਲ ਪੁਰਖੀ ਮਾਤਰੀ ਨੇਮ ਸਾਜਣ ਦਾ ਨਿਆਰਾ ਪਾਸਾਰ ਲੈ ਕੇ ਪ੍ਰਗਟ ਹੋਈ ਹੈ। ਸੁਨ ਸਮਾਧ ਨੂੰ ਪਾਰਬ੍ਰਹਮ ਪਰਮੇਸ਼ਰ ਕਰ ਨਿਰੰਕਾਰੀ ਜੋਤ ਮਾਤਰੀ ਨੇਮ ਦੇ ਕੁਆਰੇ ਰੂਪ ਕਾਲ ਪੁਰਖ ਸੰਪੂਰਨਤਾ ਦੀ ਪ੍ਰਮਾਣਕ ਦਵੰਦਤਾ ਸਾਜਣ ਲਈ ਸਿਆਹ ਵਿਰਾਟਤਾ ਦੇ ਮਾਤਰੀ ਨੇਮ ਅਤੇ ਇਸ ਵਿੱਚ ਹੀ ਭਗਤੀ ਰਸ ਨੂੰ ਝੁਕੇ ਬਲ ਦੇ ਵਿਰਾਟ ਕਾਲ ਪੁਰਖੀ ਮਾਤਰੀ ਨੇਮ ਸਾਜਣ ਦਾ ਨਿਆਰਾ ਪਸਾਰ ਲੈ ਕੇ ਪ੍ਰਗਟ ਹੋਈ ਹੈ। ਦਾਰਸ਼ਨਿਕ ਤੇ ਰਹੱਸਾਤਮਕ ਅਨੁਭਵ ਦੇ ਸਫਰ ਸੋਝ ਦੀਆਂ ਸੂਖਮ ਪਰਾ ਉਡਾਣਾ ਪੁਰਾਤਨ ਅਹਿਦਨਾਮਾ ਵਿੱਚ
ਪਵਿੱਤਰ ਇਤਿਹਾਸ ਸਿਰਜਦੀਆਂ ਪੈਗੰਬਰੀ ਹਿਜਰਤਾਂ, ਮੁਹੰਮਦ ਸਾਹਿਬ ਦੀ ਇਸਰਾ ਮੈਰਾਜ ਤੇ ਯਸਰਬ ਦੀ ਹਿਜਰਤ, ਕੌਮੀ ਯੋਧਿਆਂ ਦੇ ਹਿੰਮਤੀ ਉਤਸ਼ਾਹੀ ਸਫ਼ਰ, ਭਗਤਾਂ ਵਲੀਆਂ ਦੇ ਰੂਹਾਨੀ ਫੈਜ਼ ਲਈ ਕੀਤੇ ਸਫ਼ਰ ਆਦਿ ਗੁਰੂ ਨਾਨਕ ਨਿਰੰਕਾਰੀ ਜੋਤ ਦੇ ਸੁੰਨ ਸਮਾਧ ਤੋਂ ਧਰਤੀ 'ਤੇ ਕੌਤਕੀ ਚੋਜੀ ਸਾਖੀ ਨੇਮ ਦੇ ਅਨੰਤ ਮੰਡਲਾਂ ਵਿੱਚ ਨਿਵਾਜਿਸ਼ ਹਾਸਲ ਕਰ ਰਹੇ ਹਨ। ਦਾਰਸ਼ਨਿਕ ਤੇ ਰਹੱਸਾਤਮਕ ਅਨੁਭਵ ਦੇ ਸਫ਼ਰ, ਸੋਝ ਦੀਆਂ ਸੂਖਮ ਭਰਾ ਉਡਾਣਾਂ, ਪੁਰਾਤਨ ਅਹਿਦਨਾਮਾ ਵਿੱਚ ਪਵਿੱਤਰ ਇਤਿਹਾਸ ਸਿਰਜਦੀਆਂ ਪੈਗੰਬਰੀ ਹਿਜਰਤਾਂ, ਮੁਹੰਮਦ ਸਾਹਿਬ ਦੀ ਇਸਰਾ ਮੈਰਾਜ ਤੇ ਯਸਰਬ ਦੀ ਹਿਜਰਤ, ਕੌਮੀ ਯੋਧਿਆਂ ਦੇ ਹਿੰਮਤੀ ਉਤਸ਼ਾਹੀ ਸਫ਼ਰ, ਭਗਤਾਂ ਵਲੀਆਂ ਦੇ ਰੂਹਾਨੀ ਫੈਜ਼ ਲਈ ਕੀਤੇ ਸਫ਼ਰ ਆਦਿ ਗੁਰੂ ਨਾਨਕ ਨਿਰੰਕਾਰੀ ਜੋਤ ਦੇ ਸੁੰਨ ਸਮਾਧ ਤੋਂ ਧਰਤੀ 'ਤੇ ਕੌਤਕੀ ਚੋਜੀ ਸਾਖੀ ਨੇਮ ਦੇ ਅਨੰਤ ਮੰਡਲਾਂ ਵਿੱਚ ਨਿਵਾਜਿਸ਼ ਹਾਸਲ ਕਰ ਰਹੇ ਹਨ। ਗੁਰੂ ਨਾਨਕ ਜੋਤ ਆਪਣੇ ਹੀ ਨਿਰੰਕਾਰੀ ਜੋਤ ਰੂਪ ਦੀ ਤਲਾਸ਼ 'ਚੋਂ ਉਪਜੇ ਅਨੇਕ ਧਰਾਤਲਾਂ ਦੇ ਵਹਿਣਾਂ ਨੂੰ ਨਾਮ ਰਸ ਪ੍ਰਮੁਖਤਾ ਦੀ ਸ਼ਬਦ ਸੰਪੂਰਨਤਾ ਪ੍ਰਦਾਨ ਕਰਨ ਆਈ ਹੈ। ਗੁਰੂ ਨਾਨਕ ਜੋਤ ਆਪਣੇ ਹੀ ਨਿਰੰਕਾਰੀ ਜੋਤ ਰੂਪ ਦੀ ਤਲਾਸ਼ 'ਚੋਂ ਉਪਜੇ ਅਨੇਕ ਧਰਾਤਲਾਂ ਦੇ ਵਹਿਣਾਂ ਨੂੰ ਨਾਮ ਰਸ ਪ੍ਰਮੁਖਤਾ ਦੀ ਸ਼ਬਦ ਸੰਪੂਰਨਤਾ ਪ੍ਰਦਾਨ ਕਰਨ ਆਈ ਹੈ। ਉਹ ਸੁਰਤ ਦੇ ਅਨੇਕ ਆਕਾਸ਼ੀ ਦਿਸ਼ਾ ਦੇ ਮੰਡਲਾਂ ਵਿੱਚ ਅਤੇ ਰੇਖਕੀ ਸਮੇਂ ਦੇ ਅਧੂਰੇਪਨ ਨੂੰ ਆਪਣੇ ਮੌਲ ਦੀ ਨਿਸ਼ਚਿਤਤਾ ਦੇ ਤਿੰਨ ਤਹਿ ਦੂਰੇ ਰਾਜ ਦੀ ਨਿਵਾਜਿਸ਼ 'ਚ ਲੈਂਦੀ ਹੋਈ ਸਗਲ ਪਸਾਰੇ ਨੂੰ ਆਪਣੇ ਨੂਰਾਨੀ ਰੋਸ਼ਨ ਖਿਣ ਵਿੱਚ ਪਲਟਣ ਦਾ ਰਾਜ ਪ੍ਰਗਟ ਕਰ ਦਿੰਦੀ ਹੈ। ਉਹ ਸੁਰਤ ਦੇ ਅਨੇਕ ਆਕਾਸ਼ੀ ਦਿਸ਼ਾ ਦੇ ਮੰਡਲਾਂ ਵਿੱਚ ਅਤੇ ਰੇਖਕੀ ਸਮੇਂ ਦੇ ਅਧੂਰੇਪਨ ਨੂੰ ਆਪਣੇ ਮੌਲ ਦੀ ਨਿਸ਼ਚਿਤਤਾ ਦੇ ਤਿੰਨ ਤਹਿ ਦੂਰੇ ਰਾਜ ਦੀ ਨਿਵਾਜਿਸ਼ 'ਚ ਲੈਂਦੀ ਹੋਈ ਸਗਲ ਪਸਾਰੇ ਨੂੰ ਆਪਣੇ ਨੂਰਾਨੀ ਰੋਸ਼ਨ ਖਿਣ ਵਿੱਚ ਪਲਟਣ ਦਾ ਰਾਜ ਪ੍ਰਗਟ ਕਰ ਦਿੰਦੀ ਹੈ। ਇਸੇ ਨਿਆਰੇ ਚੋਜੀ ਰੂਪ ਨੇ ਧਰਤੀ ਦੀ ਸਗਲੀ ਅਧਿਆਤਮਕ ਚਾਹਤ 'ਚ ਪਏ ਕਲਕੀ ਅਵਤਾਰ ਅਤੇ ਮਹਿਦੀ ਦੀ ਉਡੀਕ ਨੂੰ ਆਪਣੇ ਨੂਰ 'ਚ ਨਿਵਾਜ ਗੁਰੂ ਰੁਤਬਾ ਅਖਤਿਆਰ ਕਰ ਲਿਆ। ਇਸੇ ਨਿਆਰੇ ਚੋਜੀ ਰੂਪ ਨੇ ਧਰਤੀ ਦੀ ਸਗਲੀ ਅਧਿਆਤਮਕ ਚਾਹਤ 'ਚ ਪਏ ਕਲਕੀ ਅਵਤਾਰ ਅਤੇ ਮਹਿਦੀ ਦੀ ਉਡੀਕ ਨੂੰ ਆਪਣੇ ਨੂਰ 'ਚ ਨਿਵਾਜ ਗੁਰੂ ਰੁਤਬਾ ਇਖਤਿਆਰ ਕਰ ਲਿਆ। ਪਹਿਲਾਂ ਬਖਸ਼ਦਰ ਪਾ ਕੇ ਕੀਤੀ ਇਹ ਘਾਲ ਕਮਾਈ, ਮਨੁੱਖੀ ਸਾਦਗੀ ਹੇਠ ਛੁਪੇ ਚੋਜੀ ਰੂਪਾਂ 'ਚ ਪਈ ਹੈ। ਪਹਿਲਾਂ ਬਖਸ਼ਦਰ ਪਾ ਕੇ ਕੀਤੀ ਇਹ ਘਾਲ ਕਮਾਈ ਗੁਰ ਪਰਮੇਸ਼ਰ ਦੁਆਰਾ ਬ੍ਰੈਕਟ 'ਚ ਗੁਰ ਪਰਮੇਸ਼ਰ, ਪਹਿਲਾਂ ਬਖਸ਼ਦਰ ਪਾ ਕੇ ਕੀਤੀ ਇਹ ਘਾਲ ਕਮਾਈ ਬ੍ਰੈਕਟ ਵਿੱਚ ਗੁਰ ਪਰਮੇਸ਼ਰ, ਮਨੁੱਖੀ ਸਾਦਗੀ ਹੇਠ ਛੁਪੇ ਚੋਜੀ ਰੂਪਾਂ 'ਚ ਪਈ ਹੈ ਅਤੇ ਇਸ ਨੂੰ ਮਤ ਮਤਾਂਤਰਾਂ ਅਤੇ ਸਭ ਬਾਦ ਵਿਚਾਰਧਾਰਾਈ ਵਹਿਸਮ ਵਾਸੇ ਵੀ ਗਾਉਂਦੇ ਹਨ ਨਾਨਕ ਜਗਤ ਗੁਰੂ ਅਤੇ ਮੁਰਸ਼ਿਦ ਆਲਮੀਨ ਹਨ। ਜਦੋਂ ਇਹ ਨਿਰੰਕਾਰੀ ਜੋਤ ਆਪਣੇ ਜੋਤ ਰੂਪਾਂ ਨੂੰ ਧਰਤੀ ਦੇ ਸਫ਼ਰ 'ਚ ਮਿਲੀ, ਜਦੋਂ ਇਹ ਨਿਰੰਕਾਰੀ ਜੋਤ ਆਪਣੇ ਜੋਤ ਰੂਪਾਂ ਨੂੰ ਧਰਤੀ ਦੇ ਸਫ਼ਰ 'ਚ ਮਿਲੀ, ਜਦੋਂ ਇਹ ਨਿਰੰਕਾਰੀ ਜੋਤ ਆਪਣੇ ਜੋਤ ਰੂਪਾਂ ਨੂੰ ਧਰਤੀ ਦੇ ਸਫ਼ਰ 'ਚ ਮਿਲੀ ਤਾਂ ਮਨੁੱਖੀ ਧਰਾਤਲਾਂ ਵਿੱਚ ਉਹ ਨਾਨਕ ਭਗਤ, ਨਾਨਕ ਵਲੀ, ਨਾਨਕ ਫਕੀਰ, ਨਾਨਕ ਪੀਰ, ਨਾਨਕ ਤਪਾ, ਨਾਨਕ ਲਾਮਾ ਆਦਿ ਨਾਵਾਂ ਨਾਲ ਧਰਤੀ ਦੀ ਸਿਮਰਤੀ 'ਚ ਉਤਰ ਗਈ। ਜਦੋਂ ਇਹ ਨਿਰੰਕਾਰੀ ਜੋਤ ਆਪਣੇ ਜੋਤ ਰੂਪਾਂ ਨੂੰ ਧਰਤੀ ਦੇ ਸਫ਼ਰ 'ਚ ਮਿਲੀ ਤਾਂ ਮਨੁੱਖੀ ਧਰਾਤਲਾਂ ਵਿੱਚ ਉਹ ਨਾਨਕ ਭਗਤ,
ਨਾਨਕ ਵਲੀ, ਨਾਨਕ ਫਕੀਰ, ਨਾਨਕ ਪੀਰ, ਨਾਨਕ ਤਪਾ, ਨਾਨਕ ਲਾਮਾ ਆਦਿ ਨਾਵਾਂ ਨਾਲ ਧਰਤੀ ਦੀ ਸਿਮਰਤੀ 'ਚ ਉਤਰ ਗਈ। ਇਸਲਾਮੀ ਫਕੀਰਾਂ 'ਚ ਪ੍ਰਚਲਿਤ ਹੈ ਕਿ ਖੁਦਾ ਧਰਮ ਪੁਸਤਕਾਂ ਦਾ ਲਿਬਾਸ ਪਾਉਂਦਾ ਹੈ। ਇਸਲਾਮੀ ਫਕੀਰਾਂ 'ਚ ਪ੍ਰਚਲਿਤ ਹੈ ਕਿ ਖੁਦਾ ਧਰਮ ਪੁਸਤਕਾਂ ਦਾ ਲਿਬਾਸ ਪਾਉਂਦਾ ਹੈ। ਇਸਲਾਮੀ ਨਾਮ ਰਸ ਫਕੀਰੀ ਨੇ ਗੁਰੂ ਨਾਨਕ ਨੂੰ ਖੁਦਾਏ ਜਾਣ ਕੁਰਾਨੀ ਆਇਤਾਂ ਲਿਖਿਆ ਚੋਲਾ ਪਹਿਨਾਇਆ। ਇਸਲਾਮੀ ਨਾਮ ਰਸ ਫਕੀਰੀ ਨੇ ਗੁਰੂ ਨਾਨਕ ਨੂੰ ਖੁਦਾਏ ਜਾਣ ਬ੍ਰੈਕਟ ਵਿੱਚ ਪੁਰਾਤਨ ਜਨਮ ਸਾਖੀ ਹਵਾਲਾ ਹੈ। ਇਸਲਾਮੀ ਨਾਮ ਰਸ ਫਕੀਰੀ ਨੇ ਗੁਰੂ ਨਾਨਕ ਨੂੰ ਖੁਦਾਏ ਜਾਣ ਕੁਰਾਨੀ ਆਇਤਾਂ ਲਿਖਿਆ ਚੋਲਾ ਪਹਿਨਾਇਆ। ਪ੍ਰੋਫੈਸਰ ਜਗਦੀਸ਼ ਸਿੰਘ, ਨਾਦ ਪ੍ਰਕਾਸ਼ ਸ੍ਰੀ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਸ਼ਬਦ ਸਨ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨਾਦ ਪ੍ਰਕਾਸ਼ ਅੰਮ੍ਰਿਤਸਰ ਦੇ ਲਿਖੇ ਹੋਏ ਸਨ ਅਤੇ ਮੈਂ ਸਿਰਫ ਬੋਲਣ ਦੀ ਸੇਵਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।